कीनो बल अपना, सिर ऊपर कर धारियो। अपने सेवकां दे सिर दे उत्ते अकाल पुरख वाहिगुरू जी आप ही अपना किरपा ਅਤੇ ਮਿਹਰ ਭਰਿਆ ਹੱਥ ਰੱਖਦੇ ਹਨ, ਉਹਨਾਂ ਦੀ ਰੱਖਿਆ ਕਰਦੇ ਹਨ, ਉਹਨਾਂ ਦੇ ਉੱਤੇ ਰਹਿਮਤਾਂ ਕਰਦੇ ਹਨ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ, ਕਰ ਦਾ ਅਰਥ ਹੁੰਦਾ ਹੱਥ, ਸਿਰ ਉੱਪਰ ਕਰ ਧਾਰਿਓ। ਕਿਰਪਾ ਕਟਾਖ, ਕਟਾਖ ਵੇਖਣਾ, ਕਿਰਪਾ ਦ੍ਰਿਸ਼ਟੀ, ਤੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਨ, ਕਿਰਪਾ ਕਟਾਖ ਅਵਲੋਕਨ ਕੀਨੋ। ਅਵਲੋਕਨ ਕੀਨੋ ਮਤਲਬ ਵੇਖਣਾ। ਕਿਰਪਾ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਜੀ ਨੇ ਮੇਰੇ ਵੱਲ ਵੇਖਿਆ, ਮੇਰੇ ਤੇ ਨਜ਼ਰੇ ਇਨਾਇਤ ਕੀਤੀ, ਕਿਰਪਾ ਦ੍ਰਿਸ਼ਟੀ ਕੀਤੀ। ਅਮੈ ਦ੍ਰਿਸ਼ਟ ਸ਼ੁਭ ਕਰੇ, ਹਰੈ ਅਗ ਪਾਪ ਸਕਲ ਮਲ। ਮੇਰੇ ਉੱਤੇ ਸਤਿਗੁਰੂ ਜੀ ਨੇ ਆਪਣੀ ਅੰਮ੍ਰਿਤ ਦ੍ਰਿਸ਼ਟੀ ਪਾ ਦਿੱਤੀ। ਅਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਤੇ ਵਾਹਿਗੁਰੂ ਜੀ ਆਪਣੇ ਦਾਸ ਦਾ, ਆਪਣੇ ਸੇਵਕ ਦਾ ਦੁੱਖ ਦੂਰ ਕਰ ਦਿੰਦੇ ਨੇ। ਲੜੀਵਾਰ ਸਾਧ ਸੰਗਤ ਜੀ, ਆਪ ਜੋ ਕਥਾ ਪਿਛਲੇ ਸਮੇਂ ਤੋਂ ਸਰਵਣ ਕਰ ਰਹੇ ਸੀ, ਉਹਦੇ ਵਿੱਚ ਤੁਸੀਂ ਭਾਈ ਸੁਥਰੇ ਸ਼ਾਹ ਦੀਆਂ 3 ਸਾਖੀਆਂ ਸਰਵਣ ਕੀਤੀਆਂ। ਅੱਜ ਦੀ ਇੱਕ ਚੌਥੀ ਸਾਖੀ ਆ, ਤੇ ਇਹ ਵੀ ਸਾਧ ਸੰਗਤ ਜੀ ਜਿਵੇਂ ਦੇ ਹਾਲਾਤ ਚੱਲਦੇ ਨੇ ਉਹਦੇ ਨਾਲ ਸੰਬੰਧਿਤ ਆ। ਇੱਕ ਵਾਰੀ ਸੁਥਰਾ ਕਿ ਉਹ ਧਾਰਮਿਕ ਸਥਾਨ ਕੈਸੇ ਨੇ। ਇੱਕ ਵਾਰੀ ਭਾਈ ਸੁਥਰਾ ਜੀ ਤੀਰਥ ਯਾਤਰਾ ਕਰਦਾ ਹੋਇਆ ਪਹਾੜਾਂ ਵੱਲ ਜਾ ਨਿਕਲਿਆ। ਇਹਨੂੰ ਘੁੰਮਣਾ ਫਿਰਨਾ ਕਹਿ ਲਓ ਵੀ ਤੀਰਥਾਂ ਦੇ ਕੀ ਹਾਲਾਤ ਨੇ, ਤੀਰਥਾਂ ਦੇ ਉੱਤੇ ਕੀ ਕੁਝ ਹੋ ਰਿਹਾ ਇਹ ਜਾਣਨ ਵਾਸਤੇ। ਸਤਿਗੁਰੂ ਜੀ ਵੀ ਜਾਂਦੇ ਰਹੇ ਹਨ, ਪਰ ਕੋਈ ਆਪਣੇ ਮਨ ਵਿੱਚ ਇਹ ਨਾ ਸੋਚੇ ਸਤਿਗੁਰੂ ਜੀ ਸ਼ਾਇਦ ਦਰਸ਼ਨ ਇਸ਼ਨਾਨ ਕਰਨ ਵਾਸਤੇ ਜਾਂਦੇ ਰਹੇ, ਸਤਿਗੁਰੂ ਜੀ ਸ਼ਾਇਦ ਤੀਰਥਾਂ 'ਤੇ ਨਹਾਉਣ ਜਾਂਦੇ ਰਹੇ। ਨਹੀਂ ਸਾਧ ਸੰਗਤ ਜੀ, ਤੀਰਥਾਂ 'ਤੇ ਸਤਿਗੁਰੂ ਜੀ ਤਾਂ ਗਏ ਕਿਉਂਕਿ ਉੱਥੇ ਲੋਕ ਇਕੱਠੇ ਹੁੰਦੇ ਨੇ। ਜਿੱਥੇ ਲੋਕ ਇਕੱਠੇ ਹੁੰਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਧਰਮ ਦਾ ਉਪਦੇਸ਼ ਦਿੱਤਾ ਜਾ ਸਕੇ, ਭੁੱਲੇ ਭਟਕਿਆਂ ਨੂੰ ਸਿੱਧੇ ਰਸਤੇ ਪਾਇਆ ਜਾ ਸਕੇ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਰਿਦੁਆਰ ਗਏ ਤੇ ਕੀ ਕਿਤੇ ਉਹ ਆਪਣੇ ਵੱਡੇ ਵਡੇਰਿਆਂ ਦੀਆਂ ਉੱਥੇ ਅਸਥੀਆਂ ਪਾਉਣ ਗਏ ਸੀ, ਲੋਕਾਂ ਨੂੰ ਭਰਮਾਂ ਵਿੱਚੋਂ ਕੱਢਣ ਵਾਸਤੇ। ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਧਰਨ ਅਰਥਾ। ਲੋਕਾਂ ਦੇ ਭਾਰ ਉਤਾਰੇ ਵਾਸਤੇ ਰਹੋ ਵਿਚਾਰ। ਤੋ ਇੱਕ ਵਾਰੀ ਭਾਈ ਸੁਥਰਾ ਤੀਰਥ ਯਾਤਰਾ ਕਰਦਾ ਹੋਇਆ ਪਹਾੜਾਂ ਵੱਲ ਜਾ ਨਿਕਲਿਆ। ਕਾਂਗੜੇ ਵਿੱਚ ਇੱਕ ਸੇਠ ਨੇ ਸ਼ਹਿਰੋਂ ਬਾਹਰ ਵਾਰ ਇੱਕ ਧਰਮਸ਼ਾਲਾ ਤੋਂ ਥੋੜ੍ਹੀ ਦੂਰ ਸੀ। ਸ਼ਹਿਰੋਂ ਬਾਹਰ ਇੱਕ ਧਰਮਸ਼ਾਲਾ ਥੋੜ੍ਹੀ ਦੂਰ ਸੀ। ਇਸ ਸੇਠ ਨੇ ਇਸ ਧਰਮਸ਼ਾਲਾ ਵਿੱਚ ਇੱਕ ਪ੍ਰਬੰਧਕ ਰੱਖਿਆ ਹੋਇਆ ਸੀ ਜੋ ਇਸ ਥਾਂ ਦਾ ਪ੍ਰਬੰਧ ਕਰਦਾ ਸੀ, ਇਹਨੂੰ ਮੈਨੇਜ ਕਰਦਾ ਸੀ। ਮੈਨੇਜ ਤੋਂ ਹੀ ਸ਼ਬਦ ਬਣਿਆ ਮੈਨੇਜਰ, ਮੈਨੇਜ ਕਰਨ ਵਾਲਾ। ਇਸ ਸੇਠ ਨੇ ਇੱਕ ਇਸ ਤਰ੍ਹਾਂ ਪ੍ਰਬੰਧਕ ਰੱਖਿਆ ਸੀ ਜੋ ਇਸ ਥਾਂ ਦਾ ਪ੍ਰਬੰਧ ਕਰਦਾ ਸੀ ਤੇ ਆਏ ਗਏ ਮੁਸਾਫਰਾਂ ਨੂੰ ਰਹਿਣ ਲਈ ਥਾਂ ਦਿੰਦਾ ਸੀ। ਸੁਥਰੇ ਨੂੰ ਪਤਾ ਲੱਗਾ ਕਿ ਇਹ ਕੇਵਲ ਅਮੀਰਾਂ ਨੂੰ ਹੀ ਥਾਂ ਦਿੰਦਾ, ਭਾਵ ਜਿਹੜੇ ਸਰਾਂ ਦੇ ਕਮਰੇ ਨੇ ਨਾ ਧਰਮਸ਼ਾਲਾ ਵਿੱਚ, ਇਹ ਸਿਰਫ ਅਮੀਰਾਂ ਨੂੰ ਹੀ ਦਿੰਦਾ। ਜਿਹੜੇ ਇਸ ਧਰਮਸ਼ਾਲੀਏ ਨੂੰ ਕੁਝ ਦਿੰਦੇ ਹਨ ਪਰ ਗਰੀਬਾਂ ਨੂੰ ਉਹ ਨੇੜੇ ਨਹੀਂ ਟੁੱਕਣ ਦਿੰਦਾ।
ਗਰੀਬਾਂ ਨੂੰ ਨਹੀਂ ਰਹਿਣ ਨੂੰ ਥਾਂ ਦਿੰਦਾ, ਅਮੀਰਾਂ ਨੂੰ ਦਿੰਦਾ। ਰਾਤ ਦੇ 10 ਵਜੇ ਸਨ ਜਦੋਂ ਸੁਥਰਾ ਉਸ ਧਰਮਸ਼ਾਲਾ ਵਿੱਚ ਗਿਆ। ਧਰਮਸ਼ਾਲਾ ਦਾ ਦਰਵਾਜ਼ਾ ਬੰਦ ਸੀ। ਇਸ ਨੇ ਖੜਕਾਇਆ, ਅੰਦਰੋਂ ਆਵਾਜ਼ ਆਈ, ਕੌਣ ਹੈ? ਮੈਂ ਇੱਕ ਗਰੀਬ ਰਾਹੀ ਮੁਸਾਫਰ ਹਾਂ, ਰਾਤ ਕੱਟਣੀ ਹੈ, ਬੂਹਾ ਖੋਲ੍ਹੋ। ਸੁਥਰੇ ਨੇ ਕਿਹਾ। ਅੰਦਰੋਂ ਆਵਾਜ਼ ਆਈ, ਜਾ, ਇਸ ਵੇਲੇ ਇੱਥੇ ਕੋਈ ਥਾਂ ਨਹੀਂ ਹੈ। ਮਹਾਰਾਜ, ਇਸ ਵੇਲੇ ਹੀ ਤਾਂ ਥਾਂ ਚਾਹੀਦੀ ਹੈ, ਸਵੇਰੇ ਤੇ ਅਸਾਂ ਚਲੇ ਹੀ ਜਾਣਾ ਹੈ। ਸੁਥਰੇ ਨੇ ਉੱਤਰ ਦਿੱਤਾ, ਇਹ ਤੇਰੇ ਪਿਓ ਦਾ ਘਰ ਨਹੀਂ ਕਿ ਤੂੰ ਵਧੋ ਵਧੀ ਅੰਦਰ ਆ ਵੜੇ। ਇੱਥੇ ਕੋਈ ਥਾਂ ਨਹੀਂ, ਜਾ ਦਫਾ ਹੋ ਜਾ। ਅੰਦਰੋਂ ਫੇਰ ਆਵਾਜ਼ ਆਈ, ਮੈਂ ਤੇ ਦਫਾ ਨਹੀਂ ਹੁੰਦਾ, ਤੈਨੂੰ ਦਫਾ ਕਰਕੇ ਛੱਡਾਂਗਾ। ਗਰੀਬਾਂ ਨੂੰ ਅੰਦਰ ਨਹੀਂ ਵੜਨ ਦਿੰਦਾ। ਸੁਥਰੇ ਨੇ ਬਾਹਰੋਂ ਰੋਬ ਨਾਲ ਕਿਹਾ। ਇੰਨਾ ਕਹਿ ਕੇ ਉਹ ਤੁਰਦਾ ਹੋਇਆ ਤੇ ਧਰਮਸ਼ਾਲਾ ਦਾ ਪ੍ਰਬੰਧਕ ਅੰਦਰ ਬੈਠਾ ਬੁੜ ਬੁੜ ਕਰਦਾ ਰਿਹਾ। ਸੁਥਰਾ ਉੱਥੋਂ ਤੁਰਿਆ ਤੇ ਸੇਠ ਦੇ ਘਰ ਜਾ ਪੁੱਜਾ, ਜਿਨ੍ਹੇ ਉਹ ਧਰਮਸ਼ਾਲਾ ਬਣਵਾਈ ਸੀ। ਉਸ ਦਾ ਦਰਵਾਜ਼ਾ ਖੜਕਾਇਆ। ਅੰਦਰੋਂ ਆਵਾਜ਼ ਆਈ, ਕੌਣ ਹੈ? ਮੈਂ ਹਾਂ ਜੀ, ਇੱਕ ਗਰੀਬ ਮੁਸਾਫਰ, ਤੁਹਾਡੇ ਦਰ ਉੱਤੇ ਆਰਾਮ ਕਰਨ ਲੱਗਾ ਹਾਂ। ਰਾਤ ਕੱਟ ਕੇ ਸਵੇਰੇ ਚਲਾ ਜਾਵਾਂਗਾ। ਸੁਥਰੇ ਨੇ ਉੱਤਰ ਦਿੱਤਾ, ਭਾਈ ਇੱਥੇ ਨਾ ਪਓ, ਧਰਮਸ਼ਾਲਾ ਵਿੱਚ ਜਾ, ਉੱਥੇ ਤੈਨੂੰ ਰਾਤ ਕੱਟਣ ਲਈ ਥਾਂ ਮਿਲ ਜਾਏਗੀ। ਸੇਠ ਨੇ ਅੰਦਰੋਂ ਆਵਾਜ਼ ਦਿੱਤੀ। ਸੁਥਰੇ ਨੇ ਕਿਹਾ, ਬਹੁਤ ਅੱਛਾ ਮਹਾਰਾਜ, ਮੈਂ ਚਲਾ ਜਾਂਦਾ ਹਾਂ। ਕਹਿ ਕੇ ਸੁਥਰਾ ਧਰਮਸ਼ਾਲਾ ਵਿੱਚ ਤੁਰ ਪਿਆ ਤੇ ਫੇਰ ਧਰਮਸ਼ਾਲਾ ਦਾ ਦਰਵਾਜ਼ਾ ਜਾ ਖੜਕਾਇਆ। ਫੇਰ ਅੰਦਰੋਂ ਆਵਾਜ਼ ਆਈ, ਕੌਣ ਹੈ? ਮੈਂ ਇੱਕ ਮੁਸਾਫਰ ਹਾਂ, ਸੇਠ ਹੋਰਾਂ ਨੇ ਭੇਜਿਆ ਏ ਕਿ ਧਰਮਸ਼ਾਲਾ ਵਿੱਚ ਜਾ ਕੇ ਆਰਾਮ ਕਰ। ਸੁਥਰੇ ਨੇ ਉੱਤਰ ਦਿੱਤਾ। ਧਰਮਸ਼ਾਲਾ ਦੇ ਪ੍ਰਬੰਧਕ ਨੇ ਦਰਵਾਜ਼ਾ ਖੋਲ੍ਹਿਆ ਤੇ ਸੁਥਰੇ ਨੇ ਕਿਹਾ, ਹਰ ਦਮ ਨਾਨਕ ਸ਼ਾਹ, ਧਰਮ ਦਾ ਬੇੜਾ ਬੰਨੇ ਲਾ। ਕਿਉਂ ਬਈ, ਤੂੰ ਕੌਣ ਹੈ? ਤੇਰਾ ਨਾਂ ਕੀ ਹੈ? ਕਿੱਥੋਂ ਆਇਆ ਹੈ? ਧਰਮਸ਼ਾਲਾ ਦੇ ਪ੍ਰਬੰਧਕ ਨੇ ਕਿਹਾ। ਸੁਥਰੇ ਨੇ ਉੱਤਰ ਦਿੱਤਾ, ਦਿਸਦਾ ਨਹੀਂ, ਮੈਂ ਵੀ ਇੱਕ ਬੰਦਾ ਹਾਂ, ਫਕੀਰ ਹਾਂ, ਬਸ ਤੁਰਦਾ ਫਿਰਦਾ ਆਰਾਮ ਕਰਨ ਲਈ ਆ ਗਿਆ ਹਾਂ। ਹੁਣ ਸੇਠ ਦਾ ਨਾਂ ਸੁਣ ਕੇ ਦਰਵਾਜ਼ਾ ਖੋਲ੍ਹਿਆ ਏ। ਪਹਿਲੇ ਤੇ ਤੂੰ ਦਰਵਾਜ਼ਾ ਹੀ ਨਹੀਂ ਸੀ ਖੋਲ੍ਹਦਾ। ਅੱਛਾ, ਪਹਿਲਾਂ ਵੀ ਤੂੰ ਆਇਆ ਸੈਂ ਜੋ ਕਹਿੰਦਾ ਸੈਂ ਕਿ ਤੈਨੂੰ ਦਫਾ ਕਰਕੇ ਛੱਡਾਂਗਾ, ਜਾ ਇੱਥੋਂ ਚਲਾ ਜਾ, ਇੱਥੇ ਤੇਰੇ ਵਰਗਿਆਂ ਲਈ ਕੋਈ ਥਾਂ ਨਹੀਂ। ਇੰਨਾ ਕਹਿ ਕੇ ਧਰਮਸ਼ਾਲਾ ਦੇ ਪ੍ਰਬੰਧਕ ਨੇ ਫੇਰ ਦਰਵਾਜ਼ਾ ਬੰਦ ਕਰ ਲਿਆ। ਸੁਥਰਾ ਫੇਰ ਉਸ ਸੇਠ ਦੇ ਮਕਾਨ 'ਤੇ ਪਹੁੰਚਿਆ। ਦਰਵਾਜ਼ਾ ਖੜਕਾਇਆ। ਫੇਰ ਅੰਦਰੋਂ ਆਵਾਜ਼ ਆਈ, ਕੌਣ ਹੈ? ਮੈਂ ਜੀ ਗਰੀਬ ਮੁਸਾਫਰ, ਇੱਥੇ ਰਾਤ ਕੱਟਣ ਲੱਗਾ ਹਾਂ ਤੁਹਾਡੇ ਬੂਹੇ ਦੇ ਅੱਗੇ ਸੌਂ ਕੇ, ਜੇ ਆਗਿਆ ਹੋਵੇ। ਸੁਥਰੇ ਨੇ ਕਿਹਾ। ਸੇਠ ਨੇ ਦਰਵਾਜ਼ਾ ਖੋਲ੍ਹਿਆ ਤੇ ਕਿਹਾ, ਭਾਈ ਤੈਨੂੰ ਪਹਿਲੇ ਵੀ ਕਿਹਾ ਸੀ ਕਿ ਤੂੰ ਧਰਮਸ਼ਾਲਾ ਵਿੱਚ ਚਲਾ ਜਾ,
ਉੱਥੇ ਜਾ ਕੇ ਆਰਾਮ ਨਾਲ ਸੌਂ। ਉੱਥੇ ਮੰਜਾ ਵੀ ਮਿਲ ਜਾਵੇਗਾ ਤੇ ਕਮਰਾ ਵੀ। ਆਏ ਗਏ ਮੁਸਾਫਰਾਂ ਦੇ ਆਰਾਮ ਲਈ ਹੀ ਤਾਂ ਉਹ ਧਰਮਸ਼ਾਲਾ ਬਣੀ ਹੋਈ ਹੈ। ਮਹਾਰਾਜ, ਮੈਂ ਕਈ ਵਾਰੀ ਉੱਥੇ ਗਿਆ ਹਾਂ। ਅਵਲ ਤੇ ਉਹ ਦਰਵਾਜ਼ਾ ਹੀ ਨਹੀਂ ਸੀ ਖੋਲ੍ਹਦਾ। ਜੇ ਤੁਹਾਡਾ ਨਾਂ ਲਿਆ ਤੇ ਦਰਵਾਜ਼ਾ ਖੁੱਲ੍ਹਾ, ਦੇਖਿਆ ਕਿ ਉੱਥੇ ਧਰਮ ਤੇ ਕੋਈ ਨਹੀਂ ਸੀ। ਇੱਕ ਸਾਲਾ ਹੀ ਸੀ ਜੋ ਲੜਨ ਨੂੰ ਪਿਆ ਤੇ ਕਹਿਣ ਲੱਗਾ ਕਿ ਇੱਥੇ ਗਰੀਬਾਂ ਲਈ ਕੋਈ ਥਾਂ ਨਹੀਂ। ਸੁਥਰੇ ਨੇ ਕਿਹਾ। ਉਹ ਸੇਠ ਸੁਥਰੇ ਦੇ ਇਹ ਬਚਨ ਸੁਣ ਕੇ ਮੁਸਕਰਾਇਆ ਤੇ ਆਪਣਾ ਪੁੱਤਰ ਸੁਥਰੇ ਨਾਲ ਭੇਜਿਆ। ਸੁਥਰੇ ਨੇ ਫਿਰ ਜਾ ਦਰਵਾਜ਼ਾ ਖੜਕਾਇਆ। ਅੰਦਰੋਂ ਆਵਾਜ਼ ਆਈ, ਜਾਨਾ ਏ ਕਿ ਨਹੀਂ? ਦਫਾ ਹੋ ਜਾ, ਇਸ ਵੇਲੇ ਤੰਗ ਨਾ ਕਰ। ਸੁਥਰੇ ਨੇ ਕਿਹਾ, ਸੇਠ ਹੁਰਾਂ ਨੇ ਭੇਜਿਆ ਏ, ਮੈਂ ਆਪ ਨਹੀਂ ਆਇਆ। ਸੇਠ ਦਾ ਬੱਚਾ ਨਾ ਹੋਵੇ ਤੇ ਅਸੀਂ ਨਹੀਂ ਜਾਣਦੇ ਕੋਈ ਸੇਠ ਸੂਠ। ਸੇਠ ਹੋਵੇਗਾ ਕੋਈ ਤੇ ਆਪਣੇ ਘਰ ਹੋਵੇਗਾ, ਮੈਂ ਨਹੀਂ ਦਰਵਾਜ਼ਾ ਖੋਲ੍ਹਣਾ। ਧਰਮਸ਼ਾਲੀਏ ਨੇ ਉੱਤਰ ਦਿੱਤਾ। ਸੇਠ ਦੇ ਪੁੱਤਰ ਨੇ ਕਿਹਾ, ਮੁਨਸ਼ੀ ਜੀ ਦਰਵਾਜ਼ਾ ਖੋਲ੍ਹ ਦਿਓ। ਸੇਠ ਹੋਰਾਂ ਨੇ ਇਸੇ ਲਈ ਮੈਨੂੰ ਇਸ ਦੇ ਨਾਲ ਭੇਜਿਆ ਹੈ। ਤੂੰ ਕੌਣ ਹੈ? ਅੰਦਰੋਂ ਆਵਾਜ਼ ਆਈ, ਮੈਂ ਕੁੰਦਨ ਲਾਲ। ਉੱਠ ਕੇ ਦਰਵਾਜ਼ਾ ਖੋਲ੍ਹ ਕੇ ਇਸ ਨੂੰ ਆਰਾਮ ਕਰਨ ਦੇ। ਸੇਠ ਦੇ ਲੜਕੇ ਨੇ ਕਿਹਾ, ਕੌਣ ਕੁੰਦਨ ਲਾਲ? ਇਸ ਵੇਲੇ ਕੁੰਦਨ ਲਾਲ ਦਾ ਇੱਥੇ ਕੀ ਕੰਮ? ਉਹ ਤੇ ਆਰਾਮ ਨਾਲ ਸੁੱਤਾ ਹੋਵੇਗਾ, ਇਸ ਵੇਲੇ ਦਰਵਾਜ਼ਾ ਨਹੀਂ ਖੋਲ੍ਹ ਸਕਦਾ। ਧਰਮਸ਼ਾਲੀਏ ਨੇ ਕਿਹਾ, ਓਏ ਦਰਵਾਜ਼ਾ ਖੋਲ੍ਹ, ਬਾਹਰ ਨਿਕਲ ਕੇ ਦੇਖ ਕੇ ਕੌਣ ਹੈ। ਸ਼ਰਮ ਨਹੀਂ ਆਉਂਦੀ ਕਿ ਤੂੰ ਮੁਸਾਫਰਾਂ ਨੂੰ ਇਸ ਤਰ੍ਹਾਂ ਤੰਗ ਕਰਨਾ ਹੈ? ਕੁੰਦਨ ਲਾਲ ਨੇ ਕੜਕ ਕੇ ਕਿਹਾ। ਧਰਮਸ਼ਾਲਾ ਦੇ ਪ੍ਰਬੰਧਕ ਨੇ ਦਰਵਾਜ਼ਾ ਖੋਲ੍ਹਿਆ। ਦੇਖਿਆ ਕਿ ਸੇਠ ਹੋਰਾਂ ਦੇ ਸਾਹਿਬਜ਼ਾਦੇ ਬਾਹਰ ਖੜ੍ਹੇ ਸਨ। ਡਰਿਆ ਤੇ ਹੱਥ ਜੋੜ ਕੇ ਖਿਮਾ ਮੰਗਣ ਲੱਗਾ। ਮਹਾਰਾਜ, ਮੈਂ ਪਛਾਣਿਆ ਨਹੀਂ ਸੀ ਕਿ ਆਪ ਆਏ ਹੋ, ਮੁਆਫ਼ ਕਰੋ। ਆਪ ਨੂੰ ਇਸ ਸਮੇਂ ਬੜੀ ਤਕਲੀਫ ਹੋਈ ਹੈ। ਮੇਰੀ ਤਕਲੀਫ ਦੀ ਗੱਲ ਨਾ ਕਰ। ਇਹ ਧਰਮਸ਼ਾਲਾ ਹੈ ਗਰੀਬਾਂ ਮੁਸਾਫਰਾਂ ਦੇ ਆਰਾਮ ਲਈ। ਜੇ ਮੁਸਾਫਰਾਂ ਨੂੰ ਆਰਾਮ ਲਈ ਥਾਂ ਨਾ ਮਿਲੀ ਤੇ ਇਹ ਧਰਮਸ਼ਾਲਾ ਕਾਹਦੀ ਹੋਈ? ਇਸ ਮੁਸਾਫਰ ਨੇ ਸੱਚ ਕਿਹਾ ਸੀ ਕਿ ਇੱਥੇ ਧਰਮ ਧੁਰਮ ਤੇ ਕੋਈ ਨਹੀਂ। ਇੱਕ ਸਾਲਾ ਹੀ ਹੈ ਜੋ ਆਏ ਗਏ ਗਰੀਬ ਮੁਸਾਫਰਾਂ ਦੇ ਲੱਤੀ ਪੈਂਦਾ ਹੈ। ਸੋ ਅਸੀਂ ਇਹ ਆਪ ਦੇਖ ਲਿਆ ਹੈ ਕਿ ਇੱਥੇ ਮੁਸਾਫਰਾਂ ਨੂੰ ਤੰਗ ਕੀਤਾ ਜਾਂਦਾ ਹੈ। ਸਵੇਰੇ ਇੱਥੋਂ ਦਫਾ ਹੋ ਜਾ, ਅਸੀਂ ਹੋਰ ਪ੍ਰਬੰਧ ਕਰ ਲਵਾਂਗੇ। ਕੁੰਦਨ ਲਾਲ ਨੇ ਕਿਹਾ। ਧਰਮਸ਼ਾਲਾ ਦਾ ਪ੍ਰਬੰਧਕ ਉਸ ਦੇ ਪੈਰਾਂ 'ਤੇ ਢੱਠਾ ਤੇ ਮੁਆਫ਼ੀ ਮੰਗਣ ਲੱਗਾ। ਮਹਾਰਾਜ, ਗਲਤੀ ਹੋ ਗਈ, ਖਿਮਾ ਕਰੋ, ਅੱਗੇ ਤੋਂ ਐਸਾ ਨਹੀਂ ਹੋਵੇਗਾ। ਕੁੰਦਨ ਲਾਲ ਤਾਂ ਚਲਾ ਗਿਆ। ਸੁਥਰੇ ਨੇ ਕਿਹਾ, ਹਰ ਦਮ ਨਾਨਕ ਸ਼ਾਹ, ਧਰਮ ਦਾ ਬੇੜਾ ਬੰਨੇ ਲਾ। ਕਿਉਂ ਬਈ, ਕੌਣ ਦਫਾ ਹੋਣ ਲੱਗਾ ਏ, ਮੈਂ ਕਿ ਤੂੰ? ਧਰਮਸ਼ਾਲੀਏ ਨੇ ਬੁੜ ਬੁੜ ਕਰਦਿਆਂ ਕਮਰਾ ਤੇ ਮੰਜਾ ਸੁਥਰੇ ਦੇ ਹਵਾਲੇ ਕੀਤਾ ਤੇ ਆਪਣੇ ਕਮਰੇ ਵੱਲ ਤੁਰ ਪਿਆ। ਸੁਥਰੇ ਨੇ ਰਾਤ ਆਰਾਮ ਕੀਤਾ ਤੇ ਅੰਮ੍ਰਿਤ ਵੇਲੇ ਤਾਰਿਆਂ ਦੀ ਛਾਵੇਂ ਉੱਠ ਕੇ ਫਿਰ ਉਸ ਦਾ ਦਰਵਾਜ਼ਾ ਖੜਕਾਇਆ ਕਿ ਧਰਮਸ਼ਾਲਾ ਦਾ ਦਰਵਾਜ਼ਾ ਖੋਲ੍ਹੋ, ਅਸਾਂ ਜਾਣਾ ਹੈ। ਧਰਮਸ਼ਾਲਾ ਦੇ ਪ੍ਰਬੰਧਕ ਨੂੰ
ਪਹਿਲਾਂ ਤਾਂ ਸੋਚਾਂ ਫਿਕਰਾਂ ਵਿੱਚ ਨੀਂਦ ਨਹੀਂ ਸੀ ਆਈ। ਹੁਣ ਕਿਤੇ ਜਾ ਕੇ ਅੱਖ ਲੱਗੀ ਸੀ ਕਿ ਸੁਥਰੇ ਨੇ ਫੇਰ ਦਰਵਾਜ਼ਾ ਖੜਕਾਇਆ। ਉਹ ਚੁੱਪ ਕੀਤਾ, ਉੱਠਿਆ, ਦਰਵਾਜ਼ਾ ਖੋਲ੍ਹ ਦਿੱਤਾ। ਸੁਥਰੇ ਨੇ ਫੇਰ ਕਿਹਾ, ਹਰਦਮ ਨਾਨਕ ਸ਼ਾਹ ਧਰਮ ਦਾ ਬੇੜਾ ਬੰਨੇ ਲਾ। ਲੈ ਭਾਈ, ਅਸੀਂ ਚੱਲਦੇ ਹਾਂ ਤੇ ਸਵੇਰੇ ਤੂੰ ਵੀ ਦਫਾ ਹੋ ਜਾਵੀਂ। ਇਹ ਕਹਿ ਕੇ ਉਹ ਤੁਰਦਾ ਹੋਇਆ। ਸਾਧ ਸੰਗਤ ਜੀ ਵੇਖੋ ਕਿਤਨੀ ਪੁਰਾਣੀ ਸਾਖੀ ਆ। ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ ਕਿ ਜਿਹੜੇ ਵੱਡੇ ਵੱਡੇ ਅਮੀਰ ਲੋਕ ਹੁੰਦੇ ਸੀ ਨਾ, ਸੇਠ ਆਦਿਕ, ਉਹ ਧਰਮਸ਼ਾਲਾ ਬਣਾ ਦਿੰਦੇ ਹੁੰਦੇ ਸੀ, ਸਰਾਵਾਂ ਬਣਾ ਦਿੰਦੇ ਹੁੰਦੇ ਸੀ, ਭਵਨ ਬਣਾ ਦਿੰਦੇ ਹੁੰਦੇ ਸੀ। ਉੱਥੇ ਉਹਨਾਂ ਨੇ ਬਹੁਤ ਸਾਰੇ ਕਮਰੇ ਬਣਾ ਦੇਣੇ, ਤਾਂ ਕਰਕੇ ਜਿਹੜੇ ਰਾਹਗੀਰ ਨੇ, ਜਿਹੜੇ ਮੁਸਾਫਰ ਨੇ, ਜਿਹੜੇ ਗਰੀਬ ਗੁਰਬੇ ਲੋਕ ਨੇ, ਲੋੜਵੰਦ, ਉਹਨਾਂ ਕਮਰਿਆਂ ਦੇ ਵਿੱਚ ਜਾ ਕੇ ਰਹਿ ਸਕਣ। ਬਹੁਤ ਸਾਰੇ ਜਿਹੜੇ ਵੱਡੇ ਵੱਡੇ ਧਾਰਮਿਕ ਮੰਦਰ ਨੇ, ਜਿਹੜੇ ਗੁਰਦੁਆਰੇ ਸਾਹਿਬਾਨ ਨੇ, ਉਹਨਾਂ ਦੇ ਨਾਲ ਵੀ ਸਰਾਵਾਂ ਤਾਂ ਕਰਕੇ ਬਣਾਈਆਂ ਜਾਂਦੀਆਂ ਨੇ ਕਿ ਜਿਹੜੇ ਰਾਹਗੀਰ, ਮੁਸਾਫਰ, ਲੋੜਵੰਦ, ਬੱਚੇ, ਬਜ਼ੁਰਗ, ਜਿਨ੍ਹਾਂ ਨੂੰ ਬਾਹਰ ਪਰਿਕਰਮਾ ਵਿੱਚ ਪੈਣ ਵਿੱਚ ਮੁਸ਼ਕਲ ਹੋ ਸਕਦੀ ਆ। ਮੰਨ ਲਓ ਕਿਸੇ ਬਜ਼ੁਰਗ ਦਾ ਮਨ ਕੀਤਾ ਵੀ ਮੈਂ ਫਲਾਣੇ ਵੱਡੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਆਵਾਂ, ਇਹ ਮੇਰੀ ਇੱਛਾ ਹੈ। ਨਾਲ ਉਹਦੀ ਇੱਛਾ ਵੀ ਮੈਨੂੰ ਕਮਰਾ ਵੀ ਮਿਲ ਜਾਵੇ ਤਾਂ ਕਿ ਮੈਂ ਬਜ਼ੁਰਗ ਹੋਣ ਕਰਕੇ ਬਾਥਰੂਮ ਇਤਿਆਦਿਕ ਜਾਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ। ਪਰ ਮੁਸ਼ਕਲ ਇਹ ਬਣੀ ਵੀ ਉਹ ਬੰਦਾ ਸੀ ਗਰੀਬ। ਉਹਨੇ ਜਾ ਕੇ ਪ੍ਰਬੰਧਕਾਂ ਨੂੰ ਕਿਹਾ, ਜੀ ਮੈਨੂੰ ਕੋਈ ਕਮਰਾ ਦੇ ਦਿਓ। ਅੱਗਿਓਂ ਪ੍ਰਬੰਧਕ ਕਹਿੰਦੇ ਵੀ ਕਮਰੇ ਤਾਂ ਸਾਰੇ ਬੁੱਕ ਨੇ, ਸਾਨੂੰ 5-7 ਕਮਰੇ ਤਾਂ ਐਡਵਾਂਸ ਹੀ ਬੁੱਕ ਕਰਕੇ ਰੱਖਣੇ ਪੈਂਦੇ ਨੇ ਵੀ ਕਿਧਰੇ ਕੋਈ ਵੱਡਾ ਨੇਤਾ ਆ ਗਿਆ, ਕਿਧਰੇ ਕੋਈ VIP ਬੰਦਾ ਆ ਗਿਆ, 5 AC ਕਮਰੇ ਤੇ ਸਰਾਵਾਂ ਦੇ ਵਿੱਚ ਉਹਨਾਂ ਵਾਸਤੇ ਬੁੱਕ ਕਰਨੇ ਪੈਂਦੇ ਆ। ਇਹ ਤੁਹਾਡੇ ਵਾਸਤੇ ਥੋੜ੍ਹੀ ਨੇ। ਬੇਸ਼ੱਕ ਧਾਰਮਿਕ ਸਥਾਨਾਂ ਦੇ ਉੱਤੇ ਸਰਾਵਾਂ ਇਤਿਆਦਿਕ ਬਣੀਆਂ ਗਰੀਬਾਂ ਗੁਰਬਿਆਂ ਲੋੜਵੰਦਾਂ ਦੇ ਪੈਸੇ ਦੀਆਂ ਹੁੰਦੀਆਂ ਨੇ, ਪਰ ਉਹਨਾਂ ਦੇ ਉੱਤੇ ਕਬਜ਼ਾ ਜਿਹੜਾ ਉਹ ਚੌਧਰੀਆਂ ਦਾ ਹੋ ਜਾਂਦਾ। ਤਾਂ ਕਰਕੇ ਜਿਹੜੇ ਗੁਰੂ ਸਾਹਿਬ ਜੀ ਦੇ ਗਰੀਬ ਗੁਰਬੇ ਵਿਚਾਰੇ ਸਿੱਖ ਨੇ, ਉਹ ਆਲੇ ਦੁਆਲੇ ਥਾਂ ਲੱਭਦੇ ਫਿਰਦੇ ਨੇ, ਅਤੇ ਜਿਹੜੇ ਮਲਕ ਭਾਗੋ ਵਰਗੇ 2 ਨੰਬਰ ਦੀ ਕਮਾਈ ਕਰਨ ਵਾਲੇ ਨੇ, ਉਹਨਾਂ ਦਾ ਬਸ ਫਿਰ ਫੋਨ ਹੀ ਜਾਂਦਾ ਵੀ ਅਸੀਂ ਪਰਿਵਾਰ ਸਮੇਤ ਫਲਾਣੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਰਹੇ ਹਾਂ, ਤਾਂ ਕਰਕੇ ਸਾਡੇ ਵਾਸਤੇ 2 ਜਾਂ 3 AC ਕਮਰੇ ਜਿਹੜੇ ਉਹ ਬੁੱਕ ਕਰਕੇ ਰੱਖੋ। ਉਹ ਬੁੱਕ ਕਰਨ ਵਾਲੇ ਵੀ ਵਿਚਾਰੇ ਕੰਬਦੇ ਵੀ ਫਲਾਣੇ ਦਾ ਫੋਨ ਆਇਆ। ਉਹ ਡਰਦੇ ਮਾਰੇ ਭਾਵੇਂ ਮੁੜ ਕੇ ਕਿੰਨਾ ਹੀ ਕੋਈ ਬੰਦਾ ਲੋੜਵੰਦ ਆ ਜਾਵੇ, ਉਹਨਾਂ ਨੂੰ ਉਹ ਨਾ ਹੀ ਕਰਦੇ ਨੇ। ਭਾਈ ਸੁਥਰੇ ਸ਼ਾਹ ਜੀ ਫਿਰ ਉਸ ਸ਼ਾਹੂਕਾਰ ਦੇ, ਉਸ ਸੇਠ ਦੇ ਦਰਵਾਜ਼ੇ ਅੱਗੇ ਰਾਤ ਨੂੰ ਚਲੇ ਗਏ। ਕਹਿਣ ਲੱਗੇ, ਜੀ ਜਿਹੜੀ ਤੁਸੀਂ ਬਣਾਈ ਆ ਧਰਮਸ਼ਾਲਾ, ਉਹਦੇ ਵਿੱਚ ਤੇ ਰਹਿਣ ਨੂੰ ਥਾਂ ਨਹੀਂ ਦਿੰਦੇ। ਜਿਹੜਾ ਕੋਈ 4 ਪੈਸੇ ਦੇ ਦੇਵੇ ਉਹਨੂੰ ਕਮਰਾ ਦਿੰਦੇ ਨੇ। ਤਾਂ ਕਰਕੇ ਮੈਂ ਸੋਚਿਆ ਜੀ ਤੁਹਾਡੇ ਬੂਹੇ ਅੱਗੇ ਹੀ ਸੌਂ ਜਾਂਦਾ। ਸੇਠ ਨੇ ਕਿਹਾ, ਨਹੀਂ ਐਸੀ ਗੱਲ ਨਹੀਂ, ਜਾ ਕੇ ਤੂੰ ਉੱਥੇ ਸੌਂ ਧਰਮਸ਼ਾਲਾ ਵਿੱਚ। ਭਾਈ ਸੁਥਰੇ ਸ਼ਾਹ ਜੀ ਫਿਰ ਗਏ। ਉੱਥੋਂ ਦੇ ਮੈਨੇਜਰ ਨੇ, ਪ੍ਰਬੰਧਕ ਨੇ ਫਿਰ ਮੋੜ ਦਿੱਤਾ। ਭਾਈ ਸੁਥਰੇ ਸ਼ਾਹ ਨੇ ਫਿਰ ਆਣ ਕੇ ਸ਼ਾਹੂਕਾਰ ਦਾ ਦਰਵਾਜ਼ਾ ਖੜਕਾਇਆ। ਕਹਿਣ ਲੱਗੇ, ਜੀ ਨਹੀਂ ਮੈਂ ਤੁਹਾਡੇ ਦਰਵਾਜ਼ੇ ਅੱਗੇ ਹੀ ਸੌਣਾ। ਸੇਠ ਕਹਿਣ ਲੱਗਾ, ਕਿਉਂ ਮੇਰੇ ਦਰਵਾਜ਼ੇ ਅੱਗੇ ਕਿਉਂ ਸੌਣਾ? ਤੈਨੂੰ ਕਿਹਾ ਜਦੋਂ ਧਰਮਸ਼ਾਲਾ ਬਣੀ ਆ। ਭਾਈ ਸੁਥਰੇ ਸ਼ਾਹ ਨੇ ਕਿਹਾ, ਜੀ ਧਰਮਸ਼ਾਲਾ ਵਿੱਚ ਕਮਰਾ ਦਿੰਦੇ ਹੀ ਨਹੀਂ। ਅਤੇ ਸੇਠ ਨੇ ਫਿਰ ਆਪਣੇ ਨਾਲ ਬੇਟੇ ਨੂੰ ਭੇਜਿਆ, ਜਾ ਇਹਨੂੰ ਵਿਚਾਰੇ ਲੋੜਵੰਦ ਗਰੀਬ ਗੁਰਬੇ ਨੂੰ ਕਮਰਾ ਦਵਾ ਕੇ ਆ, ਤਾਂ ਕਿ ਵਿਚਾਰਾ ਆਰਾਮ ਕਰ ਸਕੇ। ਬਾਅਦ ਵਿੱਚ ਉਹਦਾ ਲੜਕਾ ਗਿਆ ਸੇਠ ਦਾ, ਅਤੇ ਤਾਂ ਵੀ ਉਹ ਐਸਾ ਹੰਕਾਰੀ ਪ੍ਰਬੰਧਕ, ਉਹਨੇ ਤਾਂ ਵੀ ਨਾ ਦਰਵਾਜ਼ਾ ਖੋਲ੍ਹੇ। ਜਦੋਂ ਥੋੜ੍ਹੀ ਸਖਤੀ ਦੇ ਨਾਲ ਉਹਦੇ ਲੜਕੇ ਨੇ ਕਿਹਾ, ਫਿਰ ਜਾ ਕੇ ਕਿਤੇ ਦਰਵਾਜ਼ਾ ਖੋਲ੍ਹਿਆ, ਅਤੇ ਨਾਲ ਹੀ ਕੁੰਦਨ ਲਾਲ ਨੇ ਕਹਿ ਦਿੱਤਾ, ਜਿਹੜਾ ਸੇਠ ਦਾ ਲੜਕਾ ਸੀ, ਤੇਰੇ ਵਰਗੇ ਪ੍ਰਬੰਧਕ ਸਾਨੂੰ ਨਹੀਂ ਚਾਹੀਦੇ, ਸਵੇਰੇ ਇੱਥੋਂ ਦਫਾ ਹੋ ਜਾ। ਗੁਰਦੁਆਰਿਆਂ ਵਿੱਚ, ਧਰਮਸ਼ਾਲਾ ਵਿੱਚ, ਧਾਰਮਿਕ ਸਥਾਨਾਂ ਦੇ ਉੱਤੇ ਇਹੋ ਜਿਹੇ ਲੋਕ ਚਾਹੀਦੇ ਨੇ
ਜਿਨ੍ਹਾਂ ਦੀ ਬੋਲੀ 'ਚ ਮਿਠਾਸ ਹੋਵੇ, ਜਿਹੜੇ ਆਏ ਗਏ ਦੇ ਨਾਲ ਪਿਆਰ ਦੇ ਨਾਲ ਵਿਵਹਾਰ ਕਰਦੇ ਹੋਣ, ਇਹ ਨਹੀਂ ਵੀ ਜਿਹੜੇ ਅੱਗਿਓਂ ਕੌੜਾ ਬੋਲਦੇ ਹੋਣ। ਇਹ ਸਾਰਿਆਂ ਦੇ ਵਿੱਚ ਇੱਕ ਥਾਂ 'ਤੇ ਵੀ ਕਥਾ ਆਉਂਦੀ ਇਤਿਹਾਸ ਵਿੱਚ, ਗੁਰੂ ਸਾਹਿਬ ਨੇ ਲਾਂਗਰੀ ਸਿੰਘਾਂ ਨੂੰ ਵੀ ਸਿੱਖਿਆ ਦਿੱਤੀ ਵੀ ਭਾਈ ਜਦੋਂ ਗੁਰੂ ਕਾ ਲੰਗਰ ਵਰਤਾਉਣਾ ਬੜੇ ਪਿਆਰ ਦੇ ਨਾਲ, ਜਿਸ ਸਮੇਂ ਕਿਧਰੇ ਦੁਸ਼ਮਣ ਵੀ ਆ ਜਾਵੇ ਨਾ, ਤਾਹੀਂ ਸਮੇਂ ਦੁਸ਼ਮਣ ਜੇ ਆਵੇ, ਪਰਮ ਮੀਤ ਸਮ ਤਾਹੇ ਛਕਾਵੇ। ਜੇ ਕਿਤੇ ਗੁਰੂ ਦੇ ਸਿੱਖਾਂ ਦਾ ਲੰਗਰ ਵਰਤ ਰਿਹਾ ਹੋਵੇ, ਉਹਦੇ ਵਿੱਚ ਆਣ ਕੇ ਕੋਈ ਦੁਸ਼ਮਣ ਵੀ ਬਹਿ ਜਾਵੇ, ਉਹਦੇ ਨਾਲ ਦੁਸ਼ਮਣੀ ਭੁਲਾ ਦੇਣੀ ਆ, ਉਹਨੂੰ ਪਹਿਲਾਂ ਗੁਰੂ ਕਾ ਲੰਗਰ ਛਕਾਉਣਾ ਅਤੇ ਹਰ ਇੱਕ ਦੀ ਮਦਦ ਕਰਨੀ। ਇਹ ਗੁਰੂ ਸਾਹਿਬ ਜੀ ਮਹਾਰਾਜ ਨੇ ਸਾਨੂੰ ਸਿਖਾਇਆ। ਤੋ ਜਦੋਂ ਗੁਰੂ ਕੇ ਸਿੱਖਾਂ ਦਾ ਲੰਗਰ ਤਿਆਰ ਹੁੰਦਾ, ਉਹਨਾਂ ਨੇ ਫਿਰ ਕੀ ਕਰਿਆ ਕਰਨਾ ਵੀ ਨਗਾਰਾ ਵਜਾ ਦਿਆ ਕਰਨਾ, ਇੱਕ ਰੁੱਖ ਦੇ ਉੱਤੇ ਚੜ੍ਹ ਕੇ ਆਵਾਜ਼ ਦੇ ਦਿਆ ਕਰਨੀ ਵੀ ਗੁਰੂ ਕਾ ਲੰਗਰ ਤਿਆਰ ਆ, ਜਿਹੜਾ ਜਿਹੜਾ ਛਕਣਾ ਚਾਹੁੰਦਾ ਆ ਜਾਓ। ਅਤੇ ਜੇ ਮੰਨ ਲਓ ਕੋਈ ਬੰਦਾ ਦੁਸ਼ਮਣ ਆ ਜਿਹੜਾ ਸਿੱਖਾਂ ਨੂੰ ਮਾਰਦਾ ਵਾ, ਉਹਦੇ ਕੰਨੀ ਆਵਾਜ਼ ਪੈ ਗਈ, ਉਹਨੂੰ ਭੁੱਖ ਵੀ ਲੱਗੀ ਸੀ, ਅਤੇ ਜੇ ਭਲਾ ਕੋਈ ਮੁਸਲਮਾਨ, ਕੋਈ ਮੁਗਲ, ਕੋਈ ਦੁਸ਼ਮਣ ਉਹ ਆਣ ਕੇ ਸਿੱਖਾਂ ਦੇ ਲੰਗਰ 'ਚ ਬਹਿ ਜੇ ਅਤੇ ਕੀ ਉਹਨੂੰ ਭਜਾ ਦਿੰਦੇ? ਤੈਨੂੰ ਥੋੜ੍ਹੀ ਛਕਾਉਣਾ, ਤੂੰ ਤਾਂ ਦੁਸ਼ਮਣ ਆ। ਨਹੀਂ, ਗੁਰੂ ਦੇ ਸਿੱਖ ਦੁਸ਼ਮਣ ਨੂੰ ਵੀ ਲੰਗਰ ਛਕਾ ਦਿੰਦੇ ਆ। ਦੁਸ਼ਮਣੀ ਹੋਵੇਗੀ ਜੰਗ ਦੇ ਮੈਦਾਨ 'ਚ ਹੋਵੇਗੀ, ਇੱਥੇ ਸਾਡੇ ਨਾਲ ਕਿਸੇ ਦੀ ਕੋਈ ਦੁਸ਼ਮਣੀ ਨਹੀਂ। ਅਤੇ ਮੈਂ ਇਹੋ ਜਿਹੇ ਲਾਂਗਰੀ ਵੇਖੇ ਨੇ, ਉਹਨਾਂ ਹੱਥ ਵਿੱਚ ਸੋਟੀ ਫੜੀ ਹੋਇਆ ਕਰਨੀ, ਅਤੇ ਦੁਪਹਿਰੇ ਸਕੂਲ ਵਿੱਚ ਛੁੱਟੀ ਹੋਣੀ, ਅਤੇ ਗਰੀਬਾਂ ਗੁਰਬਿਆਂ ਦੇ ਬੱਚੇ ਉਹਨਾਂ ਨੇ ਸੋਚਣਾ ਵੀ ਚਲੋ ਗੁਰਦੁਆਰਿਓਂ ਲੰਗਰ ਹੀ ਛਕ ਆਈਏ, ਅਤੇ ਉਹ ਸੋਟੀ ਵਾਲੇ ਭਾਈ ਨੂੰ ਭਜਾਉਣਾ, ਚਲੋ ਇਹ ਲੰਗਰ ਤੁਹਾਡੇ ਵਾਸਤੇ ਥੋੜ੍ਹੀ ਆ, ਇਹ ਤੁਹਾਡੇ ਵਾਸਤੇ ਨਹੀਂ। ਉਹ ਨਿਆਣਿਆਂ ਨੇ ਆਸ ਰੱਖ ਕੇ ਆਉਣਾ ਵੀ ਮਾਤਾ ਪਿਤਾ ਸਾਡੇ ਕੰਮ 'ਤੇ ਗਏ ਨੇ, ਖਾਣ ਵਾਸਤੇ ਰੋਟੀ ਸਾਨੂੰ ਕਿਧਰੋਂ ਮਿਲਣੀ ਨਹੀਂ, ਚਲੋ ਗੁਰਦੁਆਰਿਓਂ ਖਾ ਆਈਏ। ਅਤੇ ਗੁਰਦੁਆਰੇ ਵਾਲਿਆਂ ਨੇ ਕਿ ਉਹ ਸੋਟੀ ਨਾਲ ਆਪ ਮੈਂ ਭਜਾਉਂਦੇ ਪ੍ਰਬੰਧਕ ਲੋੜਵੰਦਾਂ ਅਤੇ ਗਰੀਬਾਂ ਨੂੰ ਵੇਖੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮੱਤ ਬਖਸ਼ਣ, ਸਾਡੇ ਵਿੱਚ ਪਿਆਰ ਹੋਵੇ। ਇਹ ਗੁਰੂ ਘਰ ਦੀਆਂ ਸਿਰਾਵਾਂ, ਇਹ ਗੁਰੂ ਘਰ ਦੇ ਲੰਗਰ, ਇਹ ਲੋੜਵੰਦਾਂ ਗਰੀਬ ਗੁਰਬਿਆਂ ਦੇ ਵਾਸਤੇ ਹੀ ਹਨ। ਗਰੀਬ ਦਾ ਮੂੰਹ, ਗੁਰੂ ਦੀ ਗੋਲਕ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਧ ਸੰਗਤ ਜੀ ਸਿਖਾਇਆ ਸੀ। ਭਾਈ ਸੁਥਰੇ ਸ਼ਾਹ ਦੀ ਸਾਖੀ ਵੀ ਅੱਜ ਇਹੀ ਕੁਝ ਬਿਆਨ ਕਰਦੀ ਹੈ। ਤੋ ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।